ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਮੱਲੂ ਸ਼ਾਹ ਗੁਰੂ ਜੀ ਦਾ ਜਸ ਸੁਣ ਕੇ ਚਰਨੀ ਆ ਲੱਗਾ। ਪ੍ਰਾਰਥਨਾ ਕੀਤੀ, ਸੱਚੇ ਪਾਤਸ਼ਾਹ ਮੈਨੂੰ ਪਰਮੇਸ਼ਰ ਦੇ ਪਾਸੇ ਦਾ ਬਹੁਤ ਪ੍ਰੇਮ ਹੋਇਆ। ਰਾਮ ਰਾਮ ਦਾ ਭਜਨ ਬਹੁਤ ਕੀਤਾ। ਔੜਕ ਸਿਆਣੇ ਸਿਆਣੇ ਲੋਕਾਂ ਤੋਂ ਸੁਣਨ ਤੇ ਕਿਤਾਬਾਂ ਪੜ੍ਹਨ ਤੋਂ ਮਾਲੂਮ ਹੋਇਆ ਕਿ ਪਰਮੇਸ਼ਰ ਦੀ ਪ੍ਰਾਪਤੀ ਸੰਤਾਂ ਦੀ ਸੰਗਤ ਸੇਵਾ ਕਰਨੇ ਕਰ ਹੁੰਦੀ ਹੈ। ਤੇ ਮੈਂ ਮੁਗਲਾਂ ਦਾ ਨੌਕਰ ਹਾਂ, ਸੋ ਕੋਈ ਐਸਾ ਰਾਹ ਦੱਸੋ ਜਿਸ ਕਰਕੇ ਨੌਕਰੀ ਕਰਦਾ ਹੋਇਆ ਹੀ ਮੁਕਤ ਹੋ ਜਾਵਾਂ। ਉਸ ਦੇ ਬਚਨ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਵਾਹਿਗੁਰੂ ਦੇ ਨਾਮ ਦੇ ਅਭਿਆਸ ਕਰਨ ਦੀ ਐਸੀ ਜੁਗਤ ਦੱਸੀ ਕਿ ਉਸ ਨੂੰ ਇਹ ਦ੍ਰਿੜ ਨਿਸ਼ਚਾ ਹੋ ਗਿਆ ਕਿ ਜੁੱਧ ਜੰਗ ਵਿੱਚ ਅੱਗੇ ਹੋ ਕੇ ਲੜਾਂ ਮਰਾਂਗਾ ਤਾਂ ਸਵਰਗ ਦੇ ਸੁੱਖ ਭੋਗ ਕੇ ਫਿਰ ਉੱਥੋਂ ਸੱਚਖੰਡ ਵਿੱਚ ਜਾ ਕੇ ਬ੍ਰਹਮ ਗਿਆਨੀ ਹੋ ਕੇ ਮੁਕਤ ਹੋ ਜਾਵਾਂਗਾ। ਤੇ ਜੇ ਨਿਰਵਾਸ ਹੋ ਕੇ ਜੰਗ ਵਿੱਚ ਦੇਹ ਤਿਆਗਾਂਗਾ ਤਾਂ ਉਸੇ ਥਾਂ ਵਿਆਪਕ ਬ੍ਰਹਮ ਵਿੱਚ ਅਭੇਦ ਹੋਕਰ ਪਰਮਾਨੰਦ ਦੀ ਪ੍ਰਾਪਤੀ, ਸੰਸਾਰ ਦੁੱਖ ਦੀ ਨਿਵ੍ਰਿਤੀ ਕਰਕੇ ਕੈਵਲਿਆ ਮੁਕਤੀ ਨੂੰ ਪ੍ਰਾਪਤ ਹੋਵਾਂਗਾ। ਅਤੇ ਜੇ ਰਾਜੇ ਦੀ ਇੱਛਾ ਰਹੀ ਤਾਂ ਕਿਸੇ ਰਾਜਾ ਦੇ ਘਰ ਜਨਮ ਪਾ ਕੇ ਬਾਦਸ਼ਾਹ ਹੁਕਮ ਕਰ ਸੁੱਖ ਭੋਗ ਕੇ ਫਿਰ ਹਮੇਸ਼ਾ ਸੱਚਖੰਡ ਵਿੱਚ ਅਖੰਡ ਆਨੰਦ ਨੂੰ ਪ੍ਰਾਪਤ ਹੋਵਾਂਗਾ। ਉਸ ਨੂੰ ਇਹ ਵੀ ਨਿਸ਼ਚੈ ਹੋ ਗਿਆ ਕਿ ਜੰਗ ਵਿੱਚ ਜੂਝਣ ਵਾਲੇ ਸਰਬ ਪ੍ਰਕਾਰ ਸ੍ਰੇਸ਼ਟ ਸਦਗਤੀ ਨੂੰ ਪ੍ਰਾਪਤ ਹੁੰਦੇ ਹਨ। ਜੇ ਹੋਰ ਕੁਛ ਨਾ ਹੋਊ ਤਾਂ ਸ਼ਹੀਦੀ ਪਦ ਤਾਂ ਕਿਸੇ ਪ੍ਰਕਾਰ ਜਾ ਹੀ ਨਹੀਂ ਸਕਦਾ। ਫਿਰ ਗੁਰੂ ਸਾਹਿਬ ਜੀ ਨੇ ਆਖਿਆ, ਮੱਲੂ ਸ਼ਾਹ ਤੇਰੇ ਦੋਹੀਂ ਹੱਥੀਂ ਲੱਡੂ ਹਨ। ਇਹ ਬਚਨ ਸੁਣ ਕੇ ਉਹ ਪ੍ਰਸੰਨ ਚਿੱਤ ਹੋ ਨੌਕਰੀ ਉੱਤੇ ਗਿਆ ਤੇ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਨ ਲੱਗਾ। ਭਾਈ ਕਿਦਾਰੀ ਨਾਮ ਜੋ ਪਹਿਲੇ ਦੇਵੀ ਦਾ ਭਗਤ ਸੀ, ਗੁਰੂ ਅੰਗਦ ਜੀ ਪਾਸ ਆਇਆ ਤੇ ਬੇਨਤੀ ਕੀਤੀ, ਜੀ ਮੈਂ ਦੇਵੀ ਦੀ ਉਪਾਸਨਾ ਭਗਤੀ ਬਹੁਤ ਕੀਤੀ ਹੈ, ਪਰ ਜਿੰਕੂ ਸੰਸਾਰੀ ਲੋਕ ਕਾਮ ਕ੍ਰੋਧ ਲੋਭ ਮੋਹ ਮਤਸਰ ਦੀ ਅੱਗ ਵਿੱਚ ਸੜਦੇ ਹਨ, ਇਸੇ ਤਰ੍ਹਾਂ ਮੇਰਾ ਮਨ ਵੀ ਤ੍ਰਿਸ਼ਨਾ ਅਗਨੀ ਵਿੱਚ ਸੜਦਾ ਹੈ। ਮੈਂ ਸੁਣਿਆ ਹੈ ਕਿ ਸਤਿਗੁਰਾਂ ਦਾ ਉਪਦੇਸ਼ ਧਾਰਨ ਕਰਕੇ ਕਾਮ ਕ੍ਰੋਧ ਆਦਿਕ ਵਿਚਾਰਾਂ ਦੀ ਜਲਨ ਮਿਟ ਜਾਂਦੀ ਹੈ, ਸੋ ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ। ਗੁਰੂ ਜੀ ਬੋਲੇ, ਭਾਈ ਜਿੰਕੂ ਬਣ ਨੂੰ ਚਫੇਰਿਓਂ ਦੌਂਦੀ ਅੱਗ ਲੱਗਦੀ ਹੈ ਤਾਂ ਉਸ ਦੇ ਵਿੱਚ ਆ ਕੇ ਜੀਵ ਅਜੀਵ ਸੜ ਮਰਦੇ ਹਨ, ਪਰ ਕੁੱਦ ਜਾਣ ਵਾਲੇ ਮ੍ਰਿਗ ਨਿਕਲ ਕਰ ਸਰੋਵਰ ਜਾਂ ਨਦੀ ਕਿਨਾਰੇ ਜਾ ਆਨੰਦ ਪਾਉਂਦੇ ਹਨ, ਕਿਉਂ ਜੋ ਉੱਥੇ ਉਸ ਅਗਨੀ ਦਾ ਭੈ ਨਹੀਂ ਰਹਿੰਦਾ। ਇਸੇ ਪ੍ਰਕਾਰ ਸਤਸੰਗ ਸਰੋਵਰ ਵਿੱਚ ਆ ਕੇ ਵਿਕਾਰਾਂ ਰੂਪੀ ਅਗਨੀ ਦਾ ਡਰ ਮਿਟ ਜਾਂਦਾ ਹੈ। ਇਸ ਪ੍ਰਕਾਰ ਕਿਦਾਰੀ ਨੇ ਗੁਰੂ ਜੀ ਦੀ ਸੰਗਤ ਵਿੱਚ ਰਹਿ ਕੇ ਪਰਮ ਪਦ ਪਾਇਆ। ਇੱਕ ਦਿਨ ਭਾਈ ਦੀਪਕ ਲਾਲ ਹੁਸ਼ਿਆਰਪੁਰ ਦਾ ਨਰੈਣ ਦਾਸ ਖੱਤਰੀ, ਬੂਲਾ ਤਰਖਾਨ ਆਦਿ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਨਮ ਮਰਨ ਦੇ ਦੁੱਖ ਤੋਂ ਬਚਾਓ। ਗੁਰੂ ਜੀ ਬੋਲੇ, ਈਸ਼ਵਰ ਦੀ ਮਾਇਆ ਸਾਰੇ ਜਗਤ ਨੂੰ ਆਪਣੇ ਗੁਣ ਮੁਹਾਦਕ ਗ੍ਰਹਿਣ ਕਰਾ ਕੇ ਜਨਮ ਮ੍ਰਿਤੂ ਦੇ ਪ੍ਰਵਾਹ ਵਿੱਚ ਗੋਤੇ ਖੁਆ ਰਹੀ ਹੈ। ਇਸ ਤੋਂ ਛੁੱਟਣ ਦੇ ਭਾਵੇਂ 3 ਉਪਾਏ ਯੋਗ ਗਿਆਨ ਭਗਤੀ ਹਨ, ਪਰੰਤੂ ਯੋਗ ਤੇ ਗਿਆਨ ਪੁਰਖ ਰੂਪ ਹਨ। ਇਹਨਾਂ ਨੂੰ ਮਾਇਆ ਨਟਨੀ ਮੋਹਿਤ ਕਰ ਲੈਂਦੀ ਹੈ। ਪੁਰਖ ਨੂੰ ਇਸਤਰੀ ਭਰਮਾ ਸਕਦੀ ਹੈ, ਪਰ ਇਸਤਰੀ ਨੂੰ ਇਸਤਰੀ ਮੋਹਿਤ ਨਹੀਂ ਕਰਦੀ। ਸੋ ਭਗਤੀ ਜੋ ਪ੍ਰਤਿਬੱਧਤਾ ਇਸਤਰੀ ਹੈ, ਇਸ ਨੂੰ ਈਸ਼ਵਰੀ ਮਾਇਆ ਨਟਨੀ ਭਰਮਾ ਨਹੀਂ ਸਕਦੀ। ਇਸ ਲਈ ਭਗਤੀ ਪ੍ਰਭੂ ਨੂੰ ਮਿਲਾ ਦਿੰਦੀ ਹੈ। ਸੋ ਭਗਤੀ 2 ਪ੍ਰਕਾਰ ਦੀ ਹੈ, ਇੱਕ ਨਿਰਗੁਣ ਬ੍ਰਹਮ ਦੀ, ਦੂਜੀ ਸਰਗੁਣ ਬ੍ਰਹਮ ਦੀ। ਆਪਣੇ ਆਪਣੇ ਇਸ਼ਟ ਦੇਵ ਨੂੰ ਈਸ਼ਵਰੀ ਰੂਪ ਮੰਨ ਕੇ ਉਹਨਾਂ ਦੀ ਮੂਰਤ ਨੂੰ ਇਸ਼ਨਾਨ ਕਰਾਉਣੇ, ਚੰਦਨ ਪੁਸ਼ਪ ਚੜਾਉਣੇ, ਧੂਪ ਦੀਪ ਤੇ ਆਰਤੀ ਕਰਨੀ, ਨਿਰਤ ਕਰਨੀ, ਬਾਜੇ ਬਜਾ ਕੇ ਭਜਨ ਗਾਉਣੇ, ਭੋਗ ਲਵਾਉਣਾ, ਸੈਨ ਕਰਾਉਣਾ, ਗੁਣਾਂ ਦਾ ਵਰਣਨ ਕਰਨਾ, ਧਿਆਨ ਧਰਨਾ, ਇਹ ਨੌਦਾ ਭਗਤੀ ਸਰਗੁਣ ਬ੍ਰਹਮ ਦੀ ਹੈ। ਅੱਗੇ ਇਹ ਵੀ 2 ਪ੍ਰਕਾਰ ਦੀ ਹੈ, ਇੱਕ ਮਾਨਸੀ, ਦੂਜੀ ਭਾਨਸੀ। ਇਹਨਾਂ ਤੋਂ 4 ਪ੍ਰਕਾਰ ਦੀ ਮੁਕਤੀ ਸਾਲੋਕ, ਸਾਮੀਪ, ਸਾਰੂਪ, ਸਾਯੂਜ ਤਾਂ ਪ੍ਰਾਪਤ ਹੋ ਸਕਦੀ ਹੈ।
ਪਰ ਕੈਵਲਿਆ ਮੁਕਤੀ ਨਹੀਂ ਮਿਲਦੀ। ਦੂਸਰੀ ਨਿਰਗੁਣ ਬ੍ਰਹਮ ਦੀ ਅਨੰਨਿਆ ਭਗਤੀ ਹੈ, ਜੋ ਸਰਬ ਸ਼ਕਤੀਮਾਨ ਪਰਿਪੂਰਨ ਪਰਮਾਤਮਾ ਵਿਖੇ ਅਤ ਪ੍ਰੇਮ ਕਰਕੇ ਸਭ ਕੁਛ ਉਸੇ ਦਾ ਮੰਨਣਾ। ਉੱਤਮ ਪਤੀਵਰਤਾ ਇਸਤਰੀ ਵਾਂਗੂ ਆਪਣੇ ਪਤੀ ਪਰਮੇਸ਼ਰ ਦੀ ਰਜਾ ਵਿੱਚ ਹਰ ਪ੍ਰਕਾਰ ਪ੍ਰਸੰਨ ਰਹਿਣਾ, ਇਸੇ ਨੂੰ ਪ੍ਰੇਮਾ ਭਗਤੀ ਆਖਦੇ ਹਨ। ਤੇ ਐਸੇ ਪ੍ਰਾਣੀ ਦਾ ਨਿਸ਼ਚਾ ਵੀ ਇਸ ਪ੍ਰਕਾਰ ਹੁੰਦਾ ਹੈ, ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਇਸ ਪ੍ਰਕਾਰ ਆਨੰਦ ਭਗਤੀ ਕਰਨ ਵਾਲੇ ਨਿਤ ਮੁਕਤ ਕਲਪ ਪਰਯੰਤ ਸੱਚਖੰਡ ਬ੍ਰਹਮ ਲੋਕ ਦੋ ਬਾਂਛਤ ਭੋਗ ਕੇ ਫਿਰ ਬ੍ਰਹਮ ਵਿੱਚ ਅਭੇਦ ਹੋ ਜਾਂਦੇ ਹਨ। ਇਹੋ ਕੈਵਲਿਆ ਮੁਕਤੀ ਹੈ। ਭਗਤੀ ਵਾਂਗੂ ਯੋਗ ਵੀ ਦੋ ਪ੍ਰਕਾਰ ਦਾ ਹੈ। ਇੱਕ ਹਠ ਯੋਗ, ਜੋ ਯਮ ਨਿਯਮ ਪ੍ਰਤਿਹਾਰ ਪ੍ਰਾਣਾਯਾਮ ਆਦਿ ਕਰਨੇ ਕਰ ਸਮਾਧ ਲਾ ਕੇ ਬੈਠੇ ਰਹਿਣਾ। ਇਸ ਤਰ੍ਹਾਂ ਜੋਤ ਦਾ ਦਰਸ਼ਨ ਤੇ ਅਨਹਦ ਸ਼ਬਦ ਦਸਮ ਦੁਆਰੇ ਵਾਲਾ ਪ੍ਰਤੀਤ ਹੁੰਦਾ ਹੈ। ਉਸ ਰਸ ਵਿੱਚ ਜੋਗੀ ਜਨ ਮਸਤ ਰਹਿੰਦੇ ਹਨ। ਦੂਸਰਾ ਯੋਗ ਹੈ, ਜੋ ਸਵਾਸ ਬਿਰਤੀ ਨੂੰ ਸਤ ਚਿਤ ਆਨੰਦ ਰੂਪ ਪਰਿਪੂਰਨ ਪਰਮਾਤਮਾ ਵਿੱਚ ਜੋੜ ਰੱਖਣਾ। ਸੋ ਇਹਨਾਂ ਦੋਹਾਂ ਪ੍ਰਕਾਰਾਂ ਦੇ ਯੋਗ ਵਿੱਚ ਅਨੁਮਾਦਕ ਸਿੱਧੀਆਂ ਬਹੁਤ ਫੁਰਦੀਆਂ ਹਨ, ਉਹ ਪਰਮੇਸ਼ਰ ਨੂੰ ਮਿਲਣ ਨਹੀਂ ਦਿੰਦੀਆਂ। ਜੇਕਰ ਜੋਗੀ ਪੁਰਖ ਲੋਕਾਂ ਨੂੰ ਸਿੱਧੀਆਂ ਦਿਖਾਏ ਮਾਨ ਕਰਾਵਣ ਲੱਗ ਜਾਏ ਤਾਂ ਉਸ ਨੂੰ ਸਲੋਦਾਦਿਕ ਮੁਕਤੀ ਵੀ ਨਹੀਂ ਮਿਲਦੀ। ਜੇ ਸਿੱਧੀਆਂ ਨੂੰ ਜਿੱਤ ਗਏ ਤਾਂ ਕਲਪ ਪਰਯੰਤ ਦੇ ਸੁੱਖ ਭੋਗ ਕੇ ਫਿਰ ਬ੍ਰਹਮ ਵਿੱਚ ਅਭੇਦ ਹੁੰਦਾ ਹੈ। ਉਹਨਾਂ ਚਿਰ ਤਿੰਨ ਪ੍ਰਕਾਰ ਦੇ ਦੁੱਖਾਂ ਨੂੰ ਜੋ ਅਤ ਸਹਿਤਾ ਸਹਿਬਤਾ ਖੀਣਤਾ ਕਰ ਹੁੰਦੇ ਹਨ ਅਨੁਭਵ ਕਰਦਾ ਹੈ। ਬਾਕੀ ਜੋ ਗਿਆਨ ਹੈ ਸੋ ਇੱਕ ਹੀ ਤਰ੍ਹਾਂ ਦਾ ਹੈ, ਅਰਥਾਤ ਗਿਆਨ ਨਾਮ ਹੈ ਜਾਣ ਲੈਣ ਦਾ। ਸੋ ਆਪਣੇ ਆਤਮਾ ਨੂੰ ਬ੍ਰਹਮ ਰੂਪ ਕਰਕੇ ਸਾਖਿਆਤ ਹਸਤਾਮਲ ਜਾਣਨਾ, ਇਹ ਬ੍ਰਹਮ ਗਿਆਨ ਹੈ। ਇਸ ਗਿਆਨ ਅਗਨੀ ਕਰਕੇ ਸੰਚਿੰਤ ਕਿਰੇਮਾਨ ਕਰਮ ਦੇ ਸੂਖਮ ਸਥੂਲ ਕਾਰਨ ਸੰਗਾਤ ਅਵਿਦਿਆ ਸਹਿਤ ਸੰਸਾਰ ਦੀ ਨਿਵਿਰਤੀ ਹੋ ਜਾਂਦੀ ਹੈ, ਜਿਸ ਤੋਂ ਪਰਮਾਨੰਦ ਦੀ ਪ੍ਰਾਪਤੀ ਕੈਵਲਿਆ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਪਰ ਇਸ ਬ੍ਰਹਮ ਗਿਆਨ ਦੀ ਪ੍ਰਾਪਤੀ ਵੈਰਾਗ, ਵਿਵੇਕ, ਖਟ ਸੰਪਤੀ, ਮਨੁੱਖਤਾ, ਇਹ ਚਾਰ ਸਾਧਨ ਬਹਿਰੰਗ ਤੇ ਸ਼ਰਵਣ ਮੰਨਨ, ਨਿਧਿਸ਼ਾਸਨ, ਸਾਖਸ਼ਾਤ, ਇਹ ਚਾਰ ਅਤਰੰਗ ਸਾਧਨਾ ਕਰਕੇ ਹੁੰਦੀ ਹੈ। ਵੈਰਾਗ ਨਾਮ ਤਿਆਗ ਦਾ ਹੈ। ਸੋ ਤਨ ਮਨ ਕਰਕੇ ਦੋ ਪ੍ਰਕਾਰ ਦਾ ਹੈ। ਇੱਕ ਤਨ ਸੰਬੰਧੀ, ਜੋ ਚਾਰੇ ਪਦਾਰਥਾਂ ਨੂੰ ਤਿਆਗ ਕਰ ਵਿਕਰਤ ਨਿਰਦੁੰਦ ਰਹਿਣਾ। ਦੂਸਰਾ ਮਾਨਸੀ, ਜੋ ਸਾਰੇ ਪਦਾਰਥ ਈਸ਼ਵਰ ਦੇ ਸਮਝ ਕੇ ਆਪਣਾ ਸੱਤ ਛੱਡ ਰੱਖਣਾ ਤੇ ਦਾਈ ਵਾਂਗੂ ਪਰਾਏ ਪੁੱਤਰ ਨੂੰ ਪਾਲਣ ਦੀ ਤਰ੍ਹਾਂ ਸੰਸਾਰ ਵਿਖੇ ਵਰਤਣਾ। ਸੱਤਿਆ ਤੇ ਅਸੱਤਿਆ ਨੂੰ ਭਿੰਨ ਭਿੰਨ ਜਾਣ ਕੇ ਸੱਤ ਦਾ ਗ੍ਰਹਿਣ ਤੇ ਅਸੱਤ ਦਾ ਤਿਆਗ ਕਰੇ, ਇਸ ਦਾ ਨਾਮ ਵਿਵੇਕ ਹੈ। ਇੰਦਰੀਆਂ ਤੇ ਮਨ ਨੂੰ ਵਿਸ਼ੇਸ਼ ਵਿਕਾਰਾਂ ਵੱਲੋਂ ਰੋਕਣਾ, ਸੀਤ ਆਤਪ ਦੁੱਖ ਭੁੱਖ ਬੋਲ ਕਬੋਲ ਸਹਾਰਨੇ, ਕੁਸੰਗ ਤੋਂ ਉਪਰਾਮ ਹੋਣਾ, ਗੁਰੂ ਵੇਦ ਸ਼ਾਸਤਰ ਦੇ ਬਚਨਾ ਪਰ ਸ਼ਰਧਾ ਯੁਕਤ ਚੱਲਣਾ, ਇਹ ਖਟ ਸੰਪਤੀ ਹੈ। ਅਤਿਅੰਤ ਸ਼ੀਘਰ ਜਗਤ ਜੰਜਾਲ ਤੋਂ ਛੁੱਟਣ ਦੀ ਇੱਛਾ ਤੇ ਹਿੰਮਤ ਕਰਨੀ, ਇਹ ਮਨੁੱਖਤਾ ਹੈ। ਪ੍ਰਤੱਖ ਦੇਹਧਾਰੀ ਬ੍ਰਹਮ ਗਿਆਨੀ ਗੁਰੂ ਦੇ ਬਚਨ ਦ੍ਰਿੜ ਵਿਸ਼ਵਾਸ ਕਰਕੇ ਸੁਣਨੇ, ਇਹ ਸ਼ਰਵਣ ਹੈ। ਜੋ ਸ਼ਰਵਣ ਕਰਨਾ, ਉਸ ਉੱਪਰ ਚੱਲਣਾ ਤੇ ਅਮਲ ਕਰਨਾ, ਇਹ ਮਨਨ ਹੈ। ਸਜਾਤੀ ਪ੍ਰਤੇ ਪ੍ਰਵਾਹ ਵਿਜਾਤੀ ਪ੍ਰਤੇ ਤਿਰਸਕਾਰ, ਅਰਥਾਤ ਹਰ ਦਮ ਬ੍ਰਹਮ ਗਿਆਨ ਦਾ ਚਰਚਾ ਅਭਿਆਸ ਕਰਨਾ। ਜਾ ਬੋਲੇ ਤਾਂ ਬ੍ਰਹਮ ਗਿਆਨ ਅਹਨਸ ਜਾਗੇ ਰਹਿ ਧਿਆਨ, ਇਸ ਦਾ ਨਾਮ ਨਿਧਿਆਸਨ ਹੈ। ਇਹ ਸਾਖਸ਼ਾਤ ਗਿਆਨ ਹੈ। ਭਾਵੇਂ ਗਿਆਨ ਯੋਗ ਭਗਤੀ ਸੰਖੇਪ ਕਰਕੇ ਤੀਹਾਂ ਦੇ ਸਰੂਪ ਦਿਖਾਏ ਗਏ ਹਨ, ਪਰੰਤੂ ਗੁਰੂ ਨਾਨਕ ਸਾਹਿਬ ਜੀ ਦੇ ਮੱਤ ਵਿੱਚ ਅਨੰਨ ਭਗਤੀ, ਸਹਿਜ ਵੈਰਾਗ, ਗਿਆਨ ਯੋਗ ਹੀ ਪ੍ਰਮਾਣ ਹਨ। ਅਰਥਾਤ ਵਰਤਨ ਭਗਤੀ, ਮੁਖਿਆ ਵੈਰਾਗ ਤੇ ਧਾਰਨ ਗਿਆਨ, ਇਹੋ ਗ੍ਰੀਤ ਹੈ।
ਇਹ ਉਪਦੇਸ਼ ਤੇ ਵਿਚਾਰ ਉਹਨਾਂ 13 ਸਿੱਖਾਂ ਦੁਆਰਾ ਸਾਰੀ ਸੰਗਤ ਨੇ ਸੁਣ ਕੇ ਉਹ ਮਤ ਦ੍ਰਿੜ ਧਾਰਨ ਕਰ ਲਿਆ ਜੋ ਹੁਣ ਤੱਕ ਗੁਰੂ ਜੀ ਦੇ ਸਿੱਖਾਂ ਵਿੱਚ ਪ੍ਰਚਲਿਤ ਹੈ। ਇਸੇ ਪ੍ਰਕਾਰ ਹਰ ਵੇਲੇ ਗੁਰੂ ਅੰਗਦ ਜੀ ਦੇ ਪਾਸ ਸਤਸੰਗ ਦਾ ਪਰਚਾ, ਲੰਗਰ ਦਾ ਖਰਚਾ ਤੇ ਹਰ ਚਰਚਾ ਬਣੇ ਰਹਿੰਦੇ। ਸ਼੍ਰੀ ਮਾਤਾ ਖੀਵੀ ਜੀ ਗੁਰੂ ਕੇ ਮਹਿਲ ਆਪ ਲੰਗਰ ਵਿੱਚ ਬੈਠ ਕੇ ਕੜਾਹ ਪ੍ਰਸ਼ਾਦ ਤੇ ਖੀਰ ਵਰਤਾਇਆ ਕਰਦੇ ਤੇ ਸੇਵਾ ਲੰਗਰ ਦੀ ਬਹੁਤ ਕਰਿਆ ਕਰਦੇ ਸੀ। ਇਹ ਸੰਮਤ 1639 ਬਿਕਰਮੀ ਨੂੰ ਦੇ ਤਿਆਗ ਗਏ। ਭਾਈ ਕਿਦਾਰਾ ਤੇ ਜੋਧਾ ਇਹ ਦੋਵੇਂ ਮੁਖੀਏ ਲਾਂਗਰੀ ਸੀ। ਐਸੀ ਸਾਫ਼ ਨੀਤ ਤੇ ਉਦਾਰਤਾ ਨਾਲ ਪ੍ਰਸ਼ਾਦ ਵਰਤਾਉਂਦੇ ਜੋ ਕਦੇ ਕੋਈ ਚੀਜ਼ ਨਹੀਂ ਕੱਟਦੀ ਸੀ। ਭਾਈ ਮੱਲੂ ਸ਼ਾਹ ਖਜ਼ਾਨਚੀ, ਬਾਬਾ ਬੁੱਢਾ, ਖੇਮਾ, ਧੀਰੂ, ਸਾਧਾਰਨ ਲਾਲੋ ਆਦਿਕ ਭਾਵੇਂ ਅਨੰਤ ਸਿੱਖ ਸੇਵਾ ਭਗਤੀ ਕਰਨ ਵਿੱਚ ਗੁਰੂ ਜੀ ਪਾਸ ਤਤਪਰ ਰਹਿੰਦੇ ਸੀ, ਪਰੰਤੂ ਅਮਰਦਾਸ ਜੀ ਨੂੰ ਸਭ ਤੋਂ ਅਧਿਕ ਸਮਰੱਥ ਇਸ ਗੁਰਿਆਈ ਦੇ ਭਾਰ ਨੂੰ ਨਿਭਾਉਣ ਵਾਲੇ ਦੇਖ ਕੇ ਗੁਰੂ ਅੰਗਦ ਜੀ ਨੇ ਸੰਗਤ ਅਤੇ ਪੁੱਤਰ ਦੇ ਰੋਬੂ ਬਸੰਤ ਪੰਚਮੀ ਸੰਮਤ 1609 ਬਿਕਰਮੀ ਨੂੰ 125 ਰੁਪਏ ਦਾ ਕੜਾਹ ਪ੍ਰਸ਼ਾਦ ਕਰਾ ਕੇ ਅਮਰਦਾਸ ਜੀ ਨੂੰ ਆਪਣੀ ਗੁਰਿਆਈ ਦੀ ਗੱਦੀ ਉੱਪਰ ਬਿਠਾ ਕੇ 5 ਪੈਸੇ ਇੱਕ ਨਾਲੀਏਰ ਅੱਗੇ ਧਰ 3 ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ ਅਤੇ ਹੋਰ ਸਭ ਸਿੱਖਾਂ ਪੁੱਤਰਾਂ ਪਾਸੋਂ ਟਿਕਾ ਕੇ ਗੁਰੂ ਥਾਪ ਦਿੱਤਾ। 2 ਮਹੀਨੇ ਪਿੱਛੋਂ ਚੇਤ ਸੁਦੀ ਤੀਜ ਨੂੰ ਵੱਡਾ ਭਾਰੀ ਯੱਗ ਕਰਾਇਆ। ਸਰਬ ਪ੍ਰਕਾਰ ਦੇ ਭੋਜਨ ਬਸਤਰ ਗਰੀਬਾਂ, ਅਨਾਥਾਂ ਤੇ ਅਧਿਕਾਰੀ ਸਾਧੂਆਂ ਨੂੰ ਦੇ ਕੇ ਚੌਥ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰ ਨਵੀਨ ਪੁਸ਼ਾਕੀ ਪਹਿਨ ਪਦਮ ਆਸਨ ਕਰਕੇ ਬ੍ਰਹਮਰੰਦਰ ਨੂੰ ਫੋੜ ਕੇ ਸੱਚਖੰਡ ਵਿੱਚ ਪ੍ਰਵੇਸ਼ ਕਰ ਗਏ। ਇਹਨਾਂ ਨੇ ਆਪਣਾ ਦੇਹਰਾ ਪਹਿਲੇ ਹੀ ਬਣਾ ਲਿਆ ਸੀ। ਇੱਥੇ ਹੁਣ ਹਰ ਸਾਲ ਯੱਗਿਆ ਤੇ ਮੇਲਾ ਭਰਦਾ ਹੈ। ਸਿੱਖਾਂ ਦੇ ਰਾਜ ਸਮੇਂ ਇਸ ਨਾਲ ਬਹੁਤ ਜਾਗੀਰ ਸੀ। ਹੁਣ ਵੀ 2000 ਦੇ ਲਗਭਗ ਹੈ। ਇੱਕ ਪਾਰੋ ਨਾਮ ਜ਼ੁਲਕਾ ਖੱਤਰੀ ਗੁਰੂ ਸਾਹਿਬ ਜੀ ਦਾ ਸੁਜਸ ਸੁਣ ਕੇ ਖਡੂਰ ਆਇਆ। ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਨੇਤੀ, ਧੋਤੀ, ਯਮ, ਨਿਯਮ, ਪ੍ਰਤਿਆਹਾਰ, ਪ੍ਰਾਣਾਯਾਮ, ਧਾਰਨਾ, ਧਿਆਨ, ਸਮਾਧੀ ਲਾਉਣ ਵੀ ਸਿੱਖਿਆ, ਪਰ ਮਨ ਸ਼ਾਂਤ ਨਹੀਂ ਹੋਇਆ। ਇਸ ਦਾ ਕੋਈ ਉਪਾਅ ਦੱਸੋ। ਗੁਰੂ ਜੀ ਨੇ ਹੱਸ ਕੇ ਆਖਿਆ, ਭਾਈ ਪਾਰੋ, ਬਿਆਸ ਜੀ ਨੇ ਵੇਦ ਸ਼ਾਸਤਰ, ਪੁਰਾਣ, ਸਮ੍ਰਿਤੀਆਂ ਪੜ੍ਹੇ ਤੇ ਰਚੇ, ਪਰ ਮਨ ਸ਼ਾਂਤ ਨਾ ਹੋਇਆ ਤਾਂ ਹੇਮਕੁੰਡ ਪਰਬਤ ਵਿੱਚ ਜਾ ਕੇ ਰੋਣ ਲੱਗ ਪਿਆ। ਵੈਰਾਗ ਥਮੇ ਨਹੀਂ ਤਾਂ ਆਕਾਸ਼ਵਾਣੀ ਹੋਈ ਕਿ ਹੇ ਬਿਆਸ, ਤੂੰ 7 ਸ਼ਾਸਤਰ ਦਾ ਅਭਿਆਸ ਕਰ। ਤਾਂ ਉਸ ਨੇ ਵੇਦਾਂਤ ਸ਼ਾਸਤਰ ਜੋ ਅਨੰਨ ਭਗਤੀ ਦਾ ਭੰਡਾਰ ਹੈ ਬਣਾਇਆ। ਉਸ ਬ੍ਰਹਮ ਵਿਦਿਆ ਦਾ ਅਭਿਆਸ ਕਰਨੇ ਕਰ ਉਸ ਦਾ ਮਨ ਆਤਮਾ ਪਰਮਾਤਮਾ ਵਿੱਚ ਜੁੜ ਗਿਆ। ਸੋ ਹੇ ਭਾਈ ਪਾਰੋ, ਤੂੰ ਵੀ ਅਨੰਨਿਆ ਭਗਤੀ ਬ੍ਰਹਮ ਵਿਦਿਆ ਦਾ ਦ੍ਰਿੜ ਅਭਿਆਸ ਕਰ। ਅਸਥੂਲ ਸੂਖਮ ਕਾਰਨ ਇਹਨਾਂ ਤਿੰਨਾਂ ਦੇਹਾਂ ਤੋਂ ਵੱਖਰਾ ਆਤਮਾ ਨੂੰ ਅਸੰਗ ਨਿਰਵਿਕਾਰ ਸਮਝ। ਜਿਸ ਤਰ੍ਹਾਂ ਪੁਰਖ ਜੋ ਹੈ ਨਗਰਕਾਰ ਬਸਤਰਾਂ ਤੋਂ ਜੁਦਾ ਹੈ, ਇਸੇ ਤਰ੍ਹਾਂ ਆਤਮਾ ਨਿਆਰਾ ਹੈ। ਦੇਹ ਅਸਤ, ਜੜ, ਅਸੁਚੀ, ਦੁੱਖ ਰੂਪ ਤੇ ਆਤਮਾ ਸਤ, ਚਿਤ, ਆਨੰਦ ਰੂਪ ਹੈ। ਆਤਮਾ ਸਾਖੀ ਹੈ। ਇਹ ਅਨਾਤਮ ਪਰਪੰਚ ਸਾਖ ਹੈ। ਆਤਮਾ ਦ੍ਰਿਸ਼ਟਾ ਹੈ, ਅਨਾਤਮ ਦਿਸਿਆ ਹੈ। ਦੇਸ਼ ਕਾਲ ਵਸਤੂ ਤੋਂ ਪਰੇ ਆਤਮਾ ਹੈ। ਉਸ ਨੂੰ ਅਗਨ ਜਲਾ ਨਹੀਂ ਸਕਦੀ, ਸ਼ਸਤਰ ਛੇਦ ਨਹੀਂ ਸਕਦਾ, ਪੌਣ ਚਲਾ ਨਹੀਂ ਸਕਦੀ ਤੇ ਜਲ ਗਾਲ ਨਹੀਂ ਸਕਦਾ ਤੇ ਕਾਲ ਕਲਪਨਾ ਵਿੱਚ ਨਹੀਂ ਆਉਂਦਾ। ਇਸ ਪ੍ਰਕਾਰ ਦੀਆਂ ਹੋਰ ਕਈ ਸਮਝੌਤੀਆਂ ਦਿੱਤੀਆਂ। ਜਦ ਸਭ ਉਪਦੇਸ਼ ਸੁਣ ਲਿਆ ਤਾਂ ਭਾਈ ਪਾਰੋ ਨੇ ਗੁਰੂ ਜੀ ਦੇ ਚਰਨ ਫੜ ਲਏ ਤੇ ਗੁਰੂ ਮੰਤਰ ਉਪਦੇਸ਼ ਧਾਰਨ ਕਰ ਬ੍ਰਹਮ ਵਿਦਿਆ ਦਾ ਅਭਿਆਸ ਕਰਕੇ ਜੀਵਨ ਮੁਕਤ ਅਵਸਥਾ ਨੂੰ ਪਾ ਕਰ ਗੁਰੂ ਜੀ ਦੀ ਸੰਗਤ ਵਿੱਚ ਹਾਜ਼ਰ ਰਹਿਣ ਲੱਗਾ। ਇੱਕ ਦੇਵਗਿਰੀ ਗੁਸਾਈ ਗੁਰੂ ਜੀ ਪਾਸ ਜਮਾਤ ਲੈ ਕੇ ਆਇਆ ਤਾਂ ਗੁਰੂ ਜੀ ਨੇ ਉਸ ਦੀ ਬਹੁਤ ਸੇਵਾ ਕਰਾਈ।
ਉਸਨੇ ਲੰਗਰ ਚੱਲਦਾ ਤੇ ਭਗਤੀ ਭਾਵ ਦਾ ਪ੍ਰਚਾਰ ਹੁੰਦਾ ਦੇਖ ਕੇ ਖੁਸ਼ੀ ਹੋ ਕੇ ਆਖਿਆ ਕਿ ਮੇਰੇ ਪਾਸ ਪਾਰਾ ਮਾਰਿਆ ਹੋਇਆ ਐਸਾ ਹੈ ਕਿ ਇੱਕ ਰੱਤੀ 52 ਤੋਲੇ ਤਾਂਬੇ ਨੂੰ ਕੁੰਦਨ ਵਰਗਾ ਸੋਨਾ ਕਰ ਦਿੰਦਾ ਹੈ। ਇਹ ਕਹਿ ਕੇ ਇੱਕ ਸੇਰ ਪੈਸਿਆਂ ਦਾ ਸੋਇਨਾ ਕਰ ਦਿਖਾਇਆ ਤੇ ਬਿੱਲ ਗੁਰੂ ਜੀ ਦੇ ਅੱਗੇ ਰੱਖ ਕੇ ਆਖਣ ਲੱਗਾ ਕਿ ਤੁਸੀਂ ਵੀ ਇਸ ਦੀ ਬੂਟੀ ਸਿੱਖ ਲਵੋ। ਤਾਂ ਗੁਰੂ ਜੀ ਬੋਲੇ, ਮਨ ਮਾਰੇ ਧਾਤ ਮਰ ਜਾਏ ਇਤਿਆਦਿਕ ਸ਼ਬਦ ਸੁਣਾ ਕੇ ਉਸ ਨੂੰ ਐਸਾ ਦ੍ਰਿੜ ਗਿਆਨ ਕਰਾਇਆ ਜੋ ਕਪਾਟ ਖੁੱਲ੍ਹ ਗਏ ਤੇ ਸਾਰੀ ਦੁਨੀਆ ਦੀ ਦੌਲਤ ਆਪਣੀ ਹੀ ਨਜ਼ਰ ਆਉਣ ਲੱਗੀ। ਜਮਾਤ ਛੱਡ ਕੇ ਗੁਰੂ ਜੀ ਦੇ ਪਾਸ ਰਹਿਣ ਲੱਗ ਪਿਆ। ਇਹ ਗੁਰੂ ਅਮਰਦਾਸ ਜੀ ਪਾਸ ਵੀ ਰਹਿੰਦਾ ਰਿਹਾ ਸੀ। ਇੱਕ ਗੁੱਜਰ ਨਾਮ ਫਤਿਆਬਾਦ ਦੇ ਲੋਹਾਰ ਨੇ ਬੇਨਤੀ ਕੀਤੀ ਕਿ ਅਸੀਂ ਕੁਟੁੰਬ ਦੇ ਕੰਮਾਂ ਵਿੱਚ ਤਤਪਰ ਰਹਿੰਦੇ ਹਾਂ, ਕੁਛ ਧਰਮ ਪੁੰਨ ਨਹੀਂ ਹੁੰਦਾ, ਸੋ ਸਾਡਾ ਕਿੰਕੂ ਭਲਾ ਹੋਵੇ। ਗੁਰੂ ਜੀ ਨੇ ਬਚਨ ਕੀਤਾ, ਗਰੀਬ ਦਾ ਕੰਮ ਧਨੀ ਤੋਂ ਪਹਿਲਾਂ ਕੀਤਾ ਕਰ, ਜਪਜੀ ਦਾ ਪਾਠ ਕਰ, ਧਰਮ ਦੀ ਕ੍ਰਿਤ ਕਰ, ਵੰਡ ਛਕ, ਤੇਰਾ ਭਲਾ ਹੋਵੇਗਾ। ਉਹ ਇਸੇ ਪ੍ਰਕਾਰ ਕਰਦਾ ਰਿਹਾ। ਇੱਕ ਦਿਨ ਰਾਤ ਨੂੰ ਕੈਦੀ ਨੱਠ ਕੇ ਗੁੱਜਰ ਦੇ ਘਰ ਆ ਗਏ ਤੇ ਗੁਰੂ ਜੀ ਦਾ ਵਾਸਤਾ ਪਾਇਆ। ਗੁੱਜਰ ਨੇ ਉਹਨਾਂ ਦੀ ਬੇੜੀ ਕੱਟ ਕੇ ਖਲਾਸੀ ਦਿੱਤੀ। ਇੱਕ ਧਿੰਗਾ ਨਾਮ ਨਾਈ ਗੁਰੂ ਜੀ ਦਾ ਸਿੱਖ ਨੁਰੰਗਾਬਾਦ ਦਾ ਰਹਿਣ ਵਾਲਾ ਪ੍ਰੇਮ ਨਾਲ ਸੇਵਾ ਕਰਦਾ ਹੁੰਦਾ ਸੀ। ਗੁਰੂ ਜੀ ਦੇ ਅੰਗੂਠੇ ਪਰ ਬਿਮਾਰੀ ਐਸੀ ਸੀ ਕਿ ਜੇ ਕੋਈ ਮੁੱਠੀਆਂ ਭਰੇ ਤਦ ਨੀਂਦ ਪੈਂਦੀ ਸੀ। ਉਹ ਨਾਈ ਇੱਕ ਦਿਨ ਸਾਰੀ ਰਾਤ ਮੁੱਠੀਆਂ ਭਰਦਾ ਰਿਹਾ ਤਾਂ ਮਹਾਰਾਜ ਨੇ ਖੁਸ਼ ਹੋ ਕੇ ਉਸ ਨੂੰ ਸੈਨ ਭਗਤ ਦੀ ਸਾਖੀ ਸੁਣਾਈ ਤਾਂ ਉਹ ਵੀ ਮਨੋ ਤਨੋ ਸੰਤਾਂ ਦੀ ਸੇਵਾ ਵਿੱਚ ਤਤਪਰ ਹੋ ਗਿਆ। ਉਸ ਦੇ ਜਜਮਾਨਾਂ ਦੇ ਘਰ ਇੱਕ ਦਿਨ ਵਿਆਹ ਸੀ ਤੇ ਧਿੰਗਾ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਸੀ। ਉੱਥੇ ਨਾ ਜਾ ਸਕਿਆ ਤਾਂ ਪਰਮੇਸ਼ਰ ਨੇ ਉਸ ਦਾ ਰੂਪ ਧਾਰ ਕੇ ਉਸ ਦੇ ਥਾਂ ਕੰਮ ਚਲਾਇਆ। ਈਸ਼ਵਰ ਦੇ ਦਰਸ਼ਨ ਕਰਨੇ ਕਰ ਸਭ ਦੇ ਮਨ ਸ਼ਾਂਤ ਹੋ ਗਏ ਅਤੇ ਗੁਰੂ ਧਾਰਨ ਦੀ ਅਭਿਲਾਖਾ ਕਰਕੇ ਜਦ ਗੁਰੂ ਅੰਗਦ ਜੀ ਪਾਸ ਆਏ ਤਾਂ ਇਹ ਭੇਤ ਖੁੱਲ੍ਹਿਆ। ਉਸ ਦਿਨ ਤੋਂ ਧਿੰਗੇ ਨੇ ਸਭ ਕੰਮ ਧੰਦੇ ਬਿਲਕੁਲ ਛੱਡ ਦਿੱਤੇ, ਕੇਵਲ ਭਜਨ ਭਗਤੀ ਕਰਨ ਲੱਗਾ। ਰਿੱਧੀ ਸਿੱਧੀ ਫੁਰ ਆਈ, ਪਰ ਉਹਨ ਅਜਿਹੀ ਜਰਨਾ ਕੀਤੀ ਕਿ ਕਦੇ ਕਿਸੇ ਨੂੰ ਵਾਰ ਸਰਾਪ ਨਾ ਦਿੱਤਾ। ਇਸ ਗੱਲੋਂ ਗੁਰੂ ਜੀ ਨੇ ਖੁਸ਼ ਹੋ ਕੇ ਉਸ ਨੂੰ ਜੱਫੀ ਵਿੱਚ ਲਿਆ ਤੇ ਉਸ ਦੇ ਕਪਾਟ ਖੁੱਲ੍ਹ ਗਏ। ਇੱਕ ਪਾਰੋ ਨਾਮ ਜੁਲਕਾ ਖੱਤਰੀ ਗੁਰੂ ਸਾਹਿਬ ਜੀ ਦਾ ਸੁਜਸ ਸੁਣ ਕੇ ਖਡੂਰ ਆਇਆ। ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਨੇਤੀ ਧੋਤੀ ਯਮ ਨਿਯਮ ਪ੍ਰਤਿਹਾਰ ਪ੍ਰਾਣਾਯਾਮ ਧਾਰਨਾ ਧਿਆਨ ਸਮਾਧੀ ਲਾਉਣ ਦੀ ਵੀ ਸਿੱਖਿਆ, ਪਰ ਮਨ ਸ਼ਾਂਤ ਨਹੀਂ ਹੋਇਆ। ਇਸ ਦਾ ਕੋਈ ਉਪਾਅ ਦੱਸੋ। ਤੇ ਗੁਰੂ ਜੀ ਨੇ ਉਹਨੂੰ ਇਹੀ ਦੱਸਿਆ ਕਿ ਵਾਹਿਗੁਰੂ ਨਾਮ ਦਾ ਅਭਿਆਸ ਕਰੋ। ਤੇ ਜਦ ਉਹਨੇ ਇਸ ਪਾਸੇ ਨੂੰ ਪੈਰ ਵਧਾਇਆ ਤੇ ਉਸ ਦੇ ਕਪਾਟ ਖੁੱਲ੍ਹ ਗਏ ਤੇ ਮੁਕਤ ਅਵਸਥਾ ਨੂੰ ਪਾ ਕੇ ਗੁਰੂ ਜੀ ਦੀ ਸੰਗਤ ਵਿੱਚ ਹਾਜ਼ਰ ਰਹਿਣ ਲੱਗਾ। ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ।